वाहेगुरु जी का खालसा वाहेगुरु जी की फतेह। संगत जी, जिवें कि तुसीं जानदे ही हो, धन धन श्री गुरु नानक देव जी महाराज जिन्हां दी किरपा नाल कोडे जिहे राक्ष, भूमिया जिहे डाकू, वली कंधारी जिहे हंकारी फकीर, सज्जन ठग जे बेरहम कातल इंसान देवते बन गए। अज असीं उन्हां दे वर्गे ही एक फकीर दा इतिहास लैके आए हां। आओ चलदे हां पिंड कठियाला बाबा मियां मिठा जी। लो संगत जी, पहुंच चुके हैं पहले पातशाही गुरुद्वारा थड़ा साहब। संगत जी आओ पहला महाराज जी का आशीर्वाद लईए ते चरनां 'च शीश झुकाइए। इलाके का व्यू आ कठियाला पिंड आ मियां मिठा। साध संगत जी, ये फतेहगढ़ चूड़ियां तो 10 किलोमीटर की दूरी ते अते डेरा बाबा नानक तो भी 10 किलोमीटर की दूरी ते ये फतेहगढ़ चूड़ियां ते डेरा बाबा नानक दे विचकार पैंदा है। जिला गुरदासपुर। ये पिंड कठियाला जो आप तुहानूं जूम करके विखा रहे हैं, ये बाबा मियां मिठा जी की रिहायश सी। इत्थे पहलां इत्थे समाध उन्हां दी, आपां तुहानूं उत्थे जाके पहलां बाद च दर्शन करावांगे। साहब के आस पास का व्यू देखो तुसीं। वाहिगुरु वाहिगुरु। दूर दूर तक वेखो किन्नी हरियावल दिखदी है, किन्ना मज़ा आ रहा देखण दा। ओह खजूर दे बूटे आ, तुहानूं जूम करके विखाउने आ, किड्डे सोहणे लगदे पे सारा। संगत जी पहलां तुहानूं दर्शन कराउने आ जिथे गुरु नानक देव जी महाराज थड़ा साहब ते विराजमान होए सन। आओ संगत जी, वो वाले भोरे से चलते हैं जिथे थड़ा साहब आ।
ਥੜਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਹੋਏ ਸਨ। ਸਾਧ ਸੰਗਤ ਜੀ, ਇਹ ਬਾਬਾ ਮੀਆਂ ਮਿੱਠਾ ਜੀ ਦਾ ਬਾਗ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਥੜਾ ਸਾਹਿਬ ਤੇ ਆ ਕੇ ਵਿਰਾਜਮਾਨ ਹੋਏ। ਮਿੱਠਾ ਜੀ ਖੁਦਾ ਨੂੰ ਪਹੁੰਚੇ ਹੋਏ ਫਕੀਰ ਸਨ ਪਰ ਹੰਕਾਰੀ ਸਨ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਇਸ ਜਗ੍ਹਾ ਪਹੁੰਚੇ। ਸਾਧ ਸੰਗਤ ਜੀ, ਚਲੋ ਪਹਿਲਾਂ ਦੱਸਦੇ ਹਾਂ ਕਿ ਬਾਬਾ ਮੀਆਂ ਮਿੱਠਾ ਜੀ ਦੇ ਗੁਰੂ ਕੌਣ ਸਨ। ਬਾਬਾ ਮੀਆਂ ਮਿੱਠਾ ਜੀ ਦੇ ਗੁਰੂ ਅਬਦੁਲ ਰਹਿਮਾਨ ਜੀ ਸਨ। ਬਾਬਾ ਮੀਆਂ ਮਿੱਠਾ ਜੀ ਸਿਆਲ ਬਰਾਦਰੀ ਦੇ ਖੱਤਰੀ ਸਨ। ਪਹਿਲਾਂ ਬਾਬਾ ਜੀ ਦਾ ਨਾਮ ਮਿੱਠਾ ਸ਼ਾਹ ਸੀ, ਫਿਰ ਇਸਲਾਮ ਧਾਰਨ ਕਰਨ ਕਰਕੇ ਮੀਆਂ ਮਿੱਠਾ ਹੋ ਗਿਆ। ਸੰਗਤ ਜੀ, ਬਾਬਾ ਜੀ ਦੇ ਗੁਰੂ ਅਬਦੁਲ ਰਹਿਮਾਨ ਜੀ ਠੰਡੇ ਅਤੇ ਮਿੱਠੇ ਸੁਭਾਅ ਵਾਲੇ ਸਨ, ਪਰ ਬਾਬਾ ਮੀਆਂ ਮਿੱਠਾ ਜੀ ਬਹੁਤ ਗਰਮ ਤੇ ਕੋੜੇ ਸੁਭਾਅ ਵਾਲੇ ਸਨ। ਛੋਟੀ ਛੋਟੀ ਗੱਲ ਤੇ ਗੁੱਸੇ ਹੋ ਜਾਂਦੇ ਸਨ, ਕਰਾਮਾਤਾਂ ਵੀ ਦਿਖਾਉਂਦੇ ਸਨ। ਉੱਪਰ ਵੀ ਬਹੁਤ ਹੰਕਾਰ ਸੀ। ਆਪਣੇ ਜਦੋਂ ਇਹਨਾਂ ਦੇ ਗੁਰੂ ਸਮਝਾਉਂਦੇ ਤਾਂ ਉਹਨਾਂ ਨਾਲ ਵੀ ਬਹਿਸ ਜਾਂਦੇ ਸਨ। ਬਾਬਾ ਜੀ ਦੇ ਸੁਭਾਅ ਤੋਂ ਅਬਦੁਲ ਰਹਿਮਾਨ ਜੀ ਵੀ ਖੁਸ਼ ਨਹੀਂ ਸਨ। ਫਿਰ ਜਦੋਂ ਕੁਝ ਸਮਾਂ ਬੀਤਿਆ ਤਾਂ ਬਾਬਾ ਮੀਆਂ ਮਿੱਠਾ ਜੀ ਦੇ ਹੰਕਾਰੀ ਸੁਭਾਅ ਬਾਰੇ ਗੁਰੂ ਨਾਨਕ ਦੇਵ ਜੀ ਨੂੰ ਪਤਾ ਚੱਲਿਆ। 1518 ਦੂਸਰੀ ਉਦਾਸੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ। ਜਦੋਂ ਅਬਦੁਲ ਰਹਿਮਾਨ ਜੀ ਨੂੰ ਗੁਰੂ ਸਾਹਿਬ ਜੀ ਦੇ ਆਉਣ ਦਾ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ। ਸਾਹਿਬ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ। ਅਬਦੁਲ ਰਹਿਮਾਨ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਰਾਹ ਵਿੱਚ ਬਾਬਾ ਮੀਆਂ ਮਿੱਠਾ ਜੀ ਮਿਲੇ। ਫਿਰ ਬਾਬਾ ਮੀਆਂ ਮਿੱਠਾ ਜੀ ਨੇ ਆਖਿਆ ਕਿ ਗੁਰੂ ਜੀ, ਅੱਜ ਤੁਹਾਡੇ ਮੁਖੜੇ ਤੇ ਅੱਲਾਹ ਹੀ ਨੂਰ ਹੈ। ਅਬਦੁਲ ਰਹਿਮਾਨ ਜੀ ਨੇ ਕਿਹਾ, ਅੱਜ ਮੈਂ ਖੁਦਾ ਦੇ ਦਰਸ਼ਨ ਕਰਕੇ ਆਇਆ ਹਾਂ, ਤੂੰ ਵੀ ਮੇਰੇ ਨਾਲ ਦਰਸ਼ਨ ਕਰਨ ਲਈ ਚੱਲ। ਮੀਆਂ ਮਿੱਠਾ ਜੀ ਆਪਣੇ ਪੀਰ ਜੀ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਏ। ਬਾਬਾ ਮੀਆਂ ਮਿੱਠਾ ਜੀ ਇੱਥੇ ਪਹੁੰਚੇ ਤਾਂ ਉਸ ਟਾਈਮ ਗੁਰੂ ਸਾਹਿਬ ਜੀ ਇਹ ਬਾਣੀ ਉਚਾਰ ਰਹੇ ਸਨ, ਪੰਖੀ ਹੋਏ ਕਿ ਜੇ ਭਾਵਾਂ 100 ਅਸਮਾਨੀ ਜਾਊਂ। ਜਦੋਂ ਬਾਬਾ ਮੀਆਂ ਮਿੱਠਾ ਜੀ ਨੇ ਇਹ ਗੁਰਬਾਣੀ ਦੀ ਤੁਕ ਸੁਣੀ ਤਾਂ ਗੁੱਸੇ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨੂੰ ਕਿਹਾ ਕਿ ਇਹ ਤਾਂ ਕੋਫਰ ਤੋਲਦੇ ਹਨ, ਕਿਉਂਕਿ ਸਾਡੇ ਹਜ਼ਰਤ ਮੁਹੰਮਦ ਸਾਹਿਬ ਤਾਂ 7 ਧਰਤੀਆਂ 7 ਪਤਾਲ ਦੱਸਦੇ ਹਨ। ਅਬਦੁਲ ਰਹਿਮਾਨ ਜੀ ਨੇ ਕਿਹਾ ਕਿ ਇਹ ਵੀ 7 ਬੋਲਦੇ ਹਨ। ਇਹਨਾਂ ਦੀ ਜਿੱਥੋਂ ਤੱਕ ਸੋਝੀ ਹੈ, ਇਹਨਾਂ ਨੂੰ ਲੱਖਾਂ ਕਰੋੜਾਂ ਪਤਾਲ ਦਿਸਦੇ ਹਨ। ਇਹਨਾਂ ਤੇ ਖੁਦਾ ਦੀ ਕਿਰਪਾ ਹੈ, ਇਹ ਤਾਂ ਖੁਦ ਖੁਦਾ ਹਨ। ਫਿਰ ਬਾਬਾ ਮੀਆਂ ਮਿੱਠਾ ਜੀ ਆਪਣੇ ਗੁਰੂ ਨਾਲ ਮੀਆਂ ਮਿੱਠਾ ਜੀ ਗੁਰੂ ਸਾਹਿਬ ਜੀ ਕੋ ਜਮਾ ਮੰਗਣ ਲਈ ਆਏ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਿ ਤੁਹਾਡਾ ਨਾਮ ਕੀ ਹੈ। ਤਾਂ ਬਾਬਾ ਮੀਆਂ ਮਿੱਠਾ ਜੀ ਨੇ ਆਖਿਆ, ਮੇਰਾ ਨਾਮ ਮੀਆਂ ਮਿੱਠਾ ਹੈ। ਤੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਨਾਮ ਮਿੱਠਾ ਤੇ ਇੰਨਾ ਕੋੜਾ। ਤੇ ਫਿਰ ਬਾਬਾ ਗੁਰੂ ਸਾਹਿਬ ਜੀ ਨੇ ਆਖਿਆ ਕਿ ਚੱਲ ਮਿੱਠਾ ਹੋ ਜਾ। ਇਹ ਬਾਬਾ ਜੀ ਦਾ ਘਰ ਆ ਅਤੇ ਉਸ ਟਾਈਮ ਇਹੋ ਹੀ ਘਰ ਮਹਿਲਾਂ ਵਰਗਾ ਹੋਊਗਾ। ਬਾਬਾ ਜੀ ਬਹੁਤ ਅਮੀਰ ਸੀ। ਆਓ ਹੁਣ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਆ ਬਾਬਾ ਜੀ ਦੀ ਪੁਰਾਣੀ ਘਰ ਦੀ ਬਿਲਡਿੰਗ ਆ, ਉਸ ਟਾਈਮ ਦੀ ਬਣੀ ਆ। ਸਾਧ ਸੰਗਤ ਜੀ, ਆ ਬਾਬਾ ਜੀ ਦੀ ਸਮਾਧ ਆ। ਆਓ ਤੁਹਾਨੂੰ ਦਰਸ਼ਨ ਕਰਾਉਣੇ। ਆ ਗੁਰੂ ਨਾਨਕ ਪਾਤਸ਼ਾਹ ਦੀਆਂ ਤਸਵੀਰਾਂ ਰੱਖੀਆਂ ਨੇ। ਆ ਬਾਬਾ ਮੀਆਂ ਮਿੱਠਾ ਜੀ ਦੀ ਤਸਵੀਰ ਆ ਤੇ ਆਹ ਸਮਾਧ ਆ। ਹਾਂਜੀ ਸਾਧ ਸੰਗਤ ਜੀ, ਇਹ ਫੋਟੋਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਬਣੀਆਂ ਨੇ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਗੱਦੀ ਤੇ ਬੈਠੇ ਨੇ ਤੇ ਉਸ ਵਕਤ ਉਹਨਾਂ ਇਹ ਚਿੱਤਰ ਤਿਆਰ ਕਰਵਾਏ ਨੇ ਗੁਰੂ ਨਾਨਕ ਸਾਹਿਬ ਦੇ ਤੇ ਉਹਨਾਂ ਸੰਤਾਂ ਦੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਿਲੇ ਆ। ਇਹ ਪੁਰਾਤਨ 2040 ਹੱਥ ਲਿਖਤ ਮਿਲਦੀ, ਉਹਦੇ ਵਿੱਚ ਸਾਰਾ ਇਹ ਵੇਰਵਾ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਚਿੱਤਰ ਤਿਆਰ ਹੋਏ ਨੇ। ਤੇ ਜਦੋਂ ਫਿਰ ਇੱਥੇ ਮਹਾਰਾਜ ਇਹਨਾਂ ਨੂੰ ਮਿਲਣ ਆਏ ਸੀ ਤਾਂ ਉਸ ਸਮੇਂ ਦਾ ਚਿੱਤਰ ਆ ਤੇ ਪੁਰਾਤਨ ਚੀਜ਼ ਲਿਖੀ ਹੋਈ ਆ ਉੱਪਰ ਲੜੀਵਾਰ ਵੀ ਮਹਾਰਾਜ ਦੇ ਉਸ ਸਮੇਂ ਦੀਆਂ ਪੁਰਾਣੀਆਂ ਚੀਜ਼ਾਂ ਨੇ। ਤੇ ਫੋਟੋ ਫਿਰ ਮਹਾਰਾਜ ਦੀ ਸਾਡੇ ਕੋਲ ਪਹੁੰਚੀ ਤੇ ਆਪਾਂ ਇੱਥੇ ਵੱਡੀ ਕਰਕੇ ਫਿਰ ਇੱਥੇ ਮਹਾਰਾਜ ਦੀ ਫੋਟੋ ਜਿਹੜੀ ਲਾਤੀ ਮੰਦਿਰ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੁਹਾਡਾ। ਆ ਬਾਬਾ ਜੀ ਦਾ ਆਸਣ ਆ।
ਇਹ ਮਹਾਰਾਜ ਦਾ ਤਪ ਸਥਾਨ ਭਗਤੀ ਵਾਲਾ ਤੇ ਇੱਥੇ ਬੈਠ ਕੇ ਬਾਬਾ ਮਿੱਠਾ ਸ਼ਾਹ ਜੀ ਜੋ ਤਪ ਕਰਦੇ ਰਹੇ ਨੇ ਪਰਮਾਤਮਾ ਦਾ ਤੇ ਇੱਥੇ ਭਗਤੀ ਕਰਦੇ ਰਹੇ। ਗੁਪਤ ਸਥਾਨ ਹੀ ਮਹਾਰਾਜ ਦਾ, ਇੱਥੇ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਦੇ ਸੀ। ਤੇ ਇਹ ਮਹਾਰਾਜ ਦਾ ਹੁਣ ਇੱਧਰ ਪੀੜਾ ਸਾਹਿਬ ਲੱਗਾ ਵਾ, ਸੁੱਖ ਆਸਨ ਮਹਾਰਾਜ ਦਾ ਲੱਗਾ ਵਾ ਤੇ ਇੱਥੇ ਮਹਾਰਾਜ ਦਾ ਭਗਤੀ ਵਾਲਾ ਕਮਰਾ ਹੀ, ਇੱਥੇ ਮਤਲਬ ਵੀ ਵਿਸ਼ਰਾਮ ਕਰਦੇ, ਇੱਥੇ ਤਪ ਕਰਦੇ ਸੀ ਬੈਠ ਕੇ। ਇਹ ਮਹਾਰਾਜ ਦੀ ਫਿਰ ਇੱਧਰ ਬੋਲੀ ਆ। ਹਾਂਜੀ, ਇਹ ਮਹਾਰਾਜ ਦੀ ਹੁਣ ਨਿਸ਼ਾਨੀ ਰਹਿ ਗਈ ਆ ਤੇ ਬਸ ਹੁਣ ਜਲ ਪਾਣੀ ਸਮਾਪਤ ਹੋ ਗਿਆ ਵਾ। ਜਦੋਂ ਬਾਬਾ ਜੀ ਚਲੇ ਗਏ ਨੇ ਸੰਸਾਰ ਤੋਂ ਤੇ ਜਲ ਪਾਣੀ ਵੀ ਫਿਰ ਉਹਨਾਂ ਦਾ ਸਮਾਪਤ ਹੋ ਗਿਆ। ਜਿੰਨ ਤੱਕ ਮਹਾਰਾਜ ਰਹੇ ਨੇ ਆਪ ਸਰੀਰਕ ਤੌਰ ਤੇ ਇਸ਼ਨਾਨ ਪਾਣੀ ਕਰਦੇ ਰਹੇ ਨੇ ਜਲ ਕੱਢ ਕੇ ਖੂਹੀ ਦੇ ਵਿੱਚ। ਜਦੋਂ ਚਲੇ ਗਏ ਤਾਂ ਫਿਰ ਜਲ ਵੀ ਸਮਾਪਤ ਹੋ ਗਿਆ। ਮਹਾਰਾਜ ਦਾ ਜਲ ਵੀ ਆਪਣੇ ਜਿੰਨ ਤੱਕ ਰਹੇ ਉਨ ਤੱਕ ਵਰਤਿਆ ਉਹਨਾਂ ਦੇ ਜਾਣ ਤੋਂ ਬਾਅਦ ਜਲ ਵੀ ਸਮਾਪਤ ਹੋ ਗਿਆ। ਹੁਣ ਬਸ ਨਿਸ਼ਾਨੀ ਰਹਿ ਗਈ, ਉੱਤੇ ਪੂਰ ਦਿੱਤੀ ਆ। ਕੋਈ ਸੇਵਾਦਾਰ ਸਾਡੇ ਤੋਂ ਪਹਿਲਾਂ ਕੋਈ ਆਇਆ ਤੇ ਉਹਨਾਂ ਨਿਸ਼ਾਨੀ ਰਹਿਣ ਦੀ ਬਾਅਦ ਥੋੜ੍ਹੀ ਜਿਹੀ ਅਸੀਂ। ਹਾਂਜੀ, ਇਹ ਬਾਬਾ ਮਿੱਠਾ ਸ਼ਾਹ ਜੀ ਦੀ ਥੜੀ ਸੀ ਜਦੋਂ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਆਉਣ ਤੋਂ ਪਹਿਲਾਂ ਦਾ ਮਤਲਬ ਜੋ ਮੰਦਿਰ ਬਣਦਾ ਸੀ। ਇੱਥੇ ਬੈਠ ਕੇ ਬਾਬਾ ਜੀ ਮਾਇਆ ਵੰਡਦੇ ਹੁੰਦੇ ਸੀ, ਵਿੱਚ ਹੱਥ ਖੋਬਣਾ ਤੇ ਵਿੱਚ ਮਾਇਆ ਪੁੱਟ ਕੇ ਤੇ ਲਾਗੇ ਢੇਰ ਲਾ ਲੈਣਾ ਤੇ ਉਦੋਂ ਫਿਰ ਸੰਗਤਾਂ ਨੂੰ ਮਾਇਆ ਜਿਹੜੀ ਵੰਡਿਆ ਕਰਨੀ, ਮਹਾਰਾਜ ਨੇ ਮਜ਼ਦੂਰੀ ਦਿਆ ਕਰਨੀ। ਤੇ ਇਹ ਬਾਬਾ ਜੀ ਦੀ ਪੁਰਾਤਨ ਥੜੀ ਬਣੀ ਆ। ਇਹ ਮਾਈਆਂ ਸੱਚੀਆਂ ਦੀ ਥੜੀ ਵੱਜਦੀ ਆ। ਮਾਈਆਂ ਸੱਚੀਆਂ 7 ਭੈਣਾਂ ਹੋਈਆਂ ਵਾ ਤੇ ਉਹਨਾਂ ਨੇ ਬਾਬਾ ਜੀ ਨੂੰ ਯਾਦ ਵਿੱਚ ਥੜੀ ਬਣਾ ਕੇ ਦਿੱਤੀ। ਇੱਕ ਥੋਬਾ ਲਿਆ ਕੇ ਮਿੱਟੀ ਦਾ ਤੇ ਮਾਰੇ ਤੁਹਾਡੇ ਵਾਸਤੇ ਸਾਡੀ ਭੇਟਾ ਵਾ। ਇਹ ਤੇ ਇਸ ਕਰਕੇ ਇਹਦਾ ਨਾਮ ਵੱਜਦਾ ਮਾਈਆਂ ਸੱਚੀਆਂ ਦੀ ਥੜੀ। ਤੇ ਇਹ ਬਾਬਾ ਜੀ ਦੀ ਪੁਰਾਤਨ ਬਣੀ ਆ ਤੇ ਨਿਸ਼ਾਨੀ ਮਹਾਰਾਜ ਦੀ। ਤੇ ਚਲੋ ਜਿੱਦਾਂ ਵੀ ਨਿਸ਼ਾਨੀ ਬਣੀ, ਅਸੀਂ ਉੱਪਰ ਟੈਲ ਟੂਲ ਲਵਾ ਕੇ ਤੇ ਮਹਾਰਾਜ ਦੇ ਚਲੋ ਥੜੀ ਦਾ ਇਦਾਂ ਹੀ ਉਹਨਾਂ ਦੀ ਜੋ ਦੇਖ ਰੇਖ ਬਣੀ ਉਹਦੀ ਨਿਸ਼ਾਨੀ ਰਹਿਣ। ਜਗ੍ਹਾ ਦੀ ਕੋਈ ਘਟਨਾ ਬਾਰੇ ਜਾਣਕਾਰੀ ਦਿਓ। ਹਾਂਜੀ, ਇੱਥੇ ਬਾਬਾ ਜੀ ਦੇ ਮਾਇਆ ਵੰਡਦੇ ਹੁੰਦੇ ਸੀ ਤੇ ਉਸ ਸਮੇਂ ਮਹਾਰਾਜ ਦੇ ਨਾਲ ਕ੍ਰਿਸਚਨ ਲੋਕ ਰਹਿੰਦੇ ਹੁੰਦੇ ਸੀ ਤੇ ਬਾਬਾ ਜੀ ਨੇ ਜਦੋਂ ਮਾਇਆ ਪੁੱਟਣੀ ਤਾਂ ਵਿੱਚੋਂ ਕੱਢ ਕੇ ਸੰਗਤਾਂ ਨੂੰ ਵੰਡਣੀ ਮਜ਼ਦੂਰੀ। ਤੇ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਕਿ ਬਾਬਾ ਜੀ ਨੇ ਇੱਥੇ ਪੈਸੇ ਦੱਬੇ ਨੇ, ਜੇ ਸਾਡਾ ਸਾਨੂੰ ਮੌਕਾ ਮਿਲੇ ਤਾਂ ਅਸੀਂ ਪੁੱਟ ਕੇ ਮਾਇਆ ਜਿਹੜੀ ਇੱਥੋਂ ਮਹਾਰਾਜ ਦੀ ਲੈ ਜਾਈਏ। ਉਹ ਕਿਤੇ ਮਹਾਰਾਜ ਰਾਤ ਘਰੋਂ ਬਾਹਰ ਹੋਏ ਨੇ, ਆਪਣੇ ਇੱਥੋਂ ਕਿਤੇ ਬਾਹਰ ਚਲੇ ਗਏ ਨੇ ਤੇ ਉਹਨਾਂ ਰਾਤ ਆਣ ਕੇ ਥੜੀ ਪੁੱਟ ਦਿੱਤੀ ਤੇ ਲੱਭਾ ਕੁਛ ਨਾ। ਤੇ ਜਦੋਂ ਫਿਰ ਮਹਾਰਾਜ ਕੋਲ ਲੱਭਾ ਨਾ ਕੁਛ ਵੀ ਤੇ ਰਾਤ ਫਿਰ ਥੜੀ ਮਹਾਰਾਜ ਦੀ ਕੱਚੀ ਮਿੱਟੀ ਦੀ ਬਣੀ ਸੀ, ਫਿਰ ਬਣਾ ਕੇ ਚਲੇ ਗਏ ਰਾਤ ਹੀ। ਅਗਲੇ ਦਿਨ ਫਿਰ ਸੇਵਾ ਕਰਨ ਆਏ ਨੇ, ਸੇਵਾ ਕਰਦੇ ਰਹੇ ਨੇ ਜੀ। ਸ਼ਾਮਾਂ ਪਈਆਂ ਨੇ ਤੇ ਮਹਾਰਾਜ ਨੇ ਆਵਾਜ਼ ਦਿੱਤੀ ਬਾਬਾ ਮਿੱਠਾ ਸ਼ਾਹ ਜੀ ਨੇ ਕਿ ਆਪਣੀ ਮਜ਼ਦੂਰੀ ਲੈ ਲਓ। ਉਹ ਜਿਹੜੇ ਰਾਤ ਫਿਰ ਕ੍ਰਿਸਚਨ ਚੋਰੀ ਕਰਨ ਆਏ ਸੀ ਤੇ ਉਹਨਾਂ ਫਿਰ ਅੱਗੇ ਹੋ ਕੇ ਦੇਖਿਆ ਵੀ ਸਾਨੂੰ ਤਾਂ ਰਾਤ ਇੱਥੋਂ ਕੁਛ ਲੱਭਿਆ ਨਹੀਂ ਹੈਗਾ ਤੇ ਬਾਬਾ ਜੀ ਕਿੱਥੋਂ ਮਾਇਆ ਪੁੱਟੀ ਜਾ ਰਹੇ ਨੇ। ਫਿਰ ਉਹਨਾਂ ਅੱਗੇ ਹੋ ਕੇ ਜਦੋਂ ਗੱਲ ਵੇਖੀ ਤੇ ਮਹਾਰਾਜ ਨੇ ਉਹਨਾਂ ਨੂੰ ਫਿਰ ਡਬਲ ਮਜ਼ਦੂਰੀ ਦਿੱਤੀ। ਜਦੋਂ ਉਹਨਾਂ ਦੀ ਵਾਰੀ ਆਈ ਮਜ਼ਦੂਰੀ ਲੈਣ ਦੀ ਤਾਂ ਦੂਜੀ ਸੰਗਤ ਕਹਿਣ ਲੱਗੇ ਮਹਾਰਾਜ ਤੁਸੀਂ ਇਹਨਾਂ ਨੂੰ ਡਬਲ ਮਜ਼ਦੂਰੀ ਦੇ ਰਹੇ। ਜਦੋਂ ਬਾਬਾ ਜੀ ਨੇ ਫਿਰ ਬਚਨ ਕੀਤਾ ਤੁਸੀਂ ਰਾਤ ਚਲੇ ਗਏ ਸੀ, ਇਹ ਰਾਤ ਵੀ ਇੱਥੇ ਮਿਹਨਤ ਕਰਦੇ ਰਹੇ ਨੇ ਸਾਡੇ ਮੰਦਿਰ ਦੇ ਵਿੱਚ। ਉਹਦਾ ਫਿਰ ਸੰਤਾਂ ਨੇ ਇਹਨਾਂ ਨੂੰ ਬਚਨ ਕਰਤਾ ਵੀ ਅੱਜ ਤੋਂ ਬਾਅਦ ਕਦੀ ਕ੍ਰਿਸਚਨਾਂ ਦੀ ਕੌਮ ਆ ਇੱਥੇ ਰਾਤ ਨਹੀਂ ਰਹੇਗੀ। ਇਹਨਾਂ ਸਾਡੇ ਮੰਦਿਰ 'ਚ ਰਾਤ ਚੋਰੀ ਕੀਤੀ ਆ। ਫਿਰ ਅੱਜ ਤੱਕ ਇੱਥੇ ਕ੍ਰਿਸਚਨ ਕੋਈ ਇੱਥੇ ਵਸ ਨਹੀਂ ਸਕਦਾ ਤੇ ਨਾ ਹੀ ਕੋਈ ਵਸਿਆ ਵਾ। ਫਿਰ ਇੱਥੋਂ ਕ੍ਰਿਸਚਨ ਉੱਠ ਕੇ ਚਲੇ ਗਏ ਨੇ, ਫਿਰ ਤਲਵੰਡੀ ਰਾਮਾਂ ਦੇ ਵਿੱਚ ਜਾ ਕੇ ਵਸ ਗਏ ਨੇ ਤੇ ਅੱਜ ਦੇ ਤੱਕ ਮਹਾਰਾਜ ਦਾ ਬਚਨ ਸੱਚ ਆ। ਇੱਥੇ ਅੱਜ ਤੱਕ ਕੋਈ ਕ੍ਰਿਸਚਨ ਨਾ ਹੀ ਵਸਦਾ ਤੇ ਨਾ ਹੀ ਕੋਈ ਇੱਥੇ ਰਹਿੰਦਾ ਵਾ ਤੇ ਬਾਬਾ ਜੀ ਦੇ ਬਚਨ ਅੱਜ ਵੀ ਸੱਚ ਚੱਲਦੇ ਨੇ। ਇਹੋ ਹੀ ਇਸੋਂ ਦੀ ਘਟਨਾ ਵਾ ਜਿਹੜੀ ਮਸ਼ਹੂਰ। ਬਾਬਾ ਮੀਆਂ ਮਿੱਠਾ ਜੀ ਦੀ ਸਮਾਧ ਤੋਂ ਗੁਰਦੁਆਰਾ ਥੜਾ ਸਾਹਿਬ ਦਾ ਵਿਊ ਵੇਖੋ ਤੁਸੀਂ, ਬਹੁਤ ਸੋਹਣਾ ਵਿਊ ਆ ਰਿਹਾ। ਕਿੱਦਾਂ ਸੋਹਣਾ ਗੁਰਦੁਆਰਾ ਲੱਗਦਾ ਪਿਆ। ਸੰਗਤ ਜੀ, ਇਹ ਸੀ ਸਾਡੀ ਅੱਜ ਦੀ ਵੀਡੀਓ। ਅਗਰ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਅਗਰ ਜੀ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਅਗਰ ਤੁਸੀਂ ਸਾਡੇ ਚੈਨਲ ਦੇ ਨਵੇਂ ਜੇ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਅਜੇ ਨਹੀਂ ਕੀਤਾ ਉਹ ਵੀ ਕਰ ਲਿਓ।